ਡੀਅਰ ਸਟੂਡੈਂਟਸ, ਬੇਸਿਕਸ ਆਫ ਮੈਨੇਜਮੈਂਟ ਦਾ ਜੋ ਕਿ 6 ਸਮੈਸਟਰ ਦਾ ਕਾਮਨ ਸਬਜੈਕਟ ਹੈ, ਉਸ ਦਾ ਚੈਪਟਰ ਮੈਨੇਜਮੈਂਟ ਸਕੋਪ ਇਨ ਡਿਫਰੈਂਟ ਏਰੀਆਜ਼, ਇਹ ਆਪਾਂ ਪਿਛਲੇ ਕੁਝ ਸਮੇਂ ਤੋਂ ਡਿਸਕਸ ਕਰ ਰਹੇ ਹਾਂ। ਇਸ ਦੇ ਵਿੱਚ ਆਪਾਂ ਹਿਊਮਨ ਰਿਸੋਰਸ ਮੈਨੇਜਮੈਂਟ, ਮਟੀਰੀਅਲ ਐਂਡ ਸਟੋਰ ਮੈਨੇਜਮੈਂਟ, ਮਾਰਕੀਟਿੰਗ ਐਂਡ ਸੇਲਸ ਮੈਨੇਜਮੈਂਟ, ਇਹ ਵਾਲੇ ਆਪਾਂ ਡਿਫਰੈਂਟ ਏਰੀਆ ਡਿਸਕਸ ਕਰ ਚੁੱਕੇ ਹਾਂ। ਅੱਜ ਆਪਾਂ ਨੈਕਸਟ ਏਰੀਆ ਜੋ ਹੈ ਜਿੱਥੇ ਮੈਨੇਜਮੈਂਟ ਦਾ ਸਕੋਪ ਹੈ, ਫਾਈਨੈਂਸ਼ੀਅਲ ਮੈਨੇਜਮੈਂਟ, ਉਹ ਸ਼ੁਰੂ ਕਰਾਂਗੇ। ਫਾਈਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਜੋ ਕੰਪੋਨੈਂਟ ਹੈ ਫਾਈਨੈਂਸ ਹੈ। ਫਾਈਨੈਂਸ ਮਤਲਬ ਮਨੀ ਜਾਂ ਪੈਸਾ, ਉਸ ਨੂੰ ਮੈਨੇਜ ਕਰਨਾ ਇਹ ਫਾਈਨੈਂਸ਼ੀਅਲ ਮੈਨੇਜਮੈਂਟ ਹੈ। ਮਨੀ ਦੇ ਜੇ ਆਪਾਂ ਗੱਲ ਕਰੀਏ ਉਸ ਦੀ ਕਿੰਨੀ ਇੰਪੋਰਟੈਂਸ ਹੈ। ਫਾਈਨਾਂਸ ਇਜ਼ ਦਾ ਮੋਸਟ ਇੰਪੋਰਟੈਂਟ ਕੰਪੋਨੈਂਟ ਆਫ ਬਿਜ਼ਨਸ. It is required to start, run and expand the business. Success and failure is also measured in term of profit and loss. ਵੀ ਪੈਸੇ 'ਚ ਫਾਇਦਾ ਹੋਇਆ ਜਾਂ ਘਾਟਾ ਹੋਇਆ, ਇਹ ਸਾਰਾ ਜੋ ਹੈ ਇਹ ਫਾਈਨਾਂਸ ਦੇ ਉੱਪਰ ਹੀ ਨਿਰਭਰ ਹੁੰਦਾ ਹੈ। ਇੱਥੋਂ ਹੀ ਆਪਾਂ ਇਹਨੂੰ ਮੇਜਰ ਕਰਦੇ ਹਾਂ ਕਿ ਪੈਸਿਆਂ ਦੇ ਵਿੱਚ ਕਿੰਨਾ ਨਫਾ ਹੋਇਆ ਜਾਂ ਕਿੰਨਾ ਨੁਕਸਾਨ ਹੋਇਆ। ਇੱਥੋਂ ਹੀ ਸਕਸੈਸ ਜਾਂ ਫੇਲੀਅਰ ਜਿਹੜਾ ਉਹ ਗਿਣਿਆ ਜਾਂਦਾ ਹੈ। All important activities like human resource, production, marketing depends on availability of money. ਜਿਹੜੇ ਆਪਾਂ ਕੋਈ ਵੀ ਐਕਟੀਵਿਟੀ ਤਾਂ ਹੀ ਕਰ ਸਕਦੇ ਹਾਂ ਜੇ ਆਪਣੇ ਕੋਲ ਪੈਸਾ ਅਵੇਲੇਬਲ ਹੈ। ਹਿਊਮਨ ਰਿਸੋਰਸ ਮਤਲਬ ਬੰਦੇ ਵੀ ਆਪਾਂ ਤਾਂ ਰੱਖ ਸਕਦੇ ਹਾਂ। ਪ੍ਰੋਡਕਸ਼ਨ ਵੀ ਤਾਂ ਹੋ ਸਕਦੀ ਜੇ ਆਪਾਂ ਰਾ ਮਟੀਰੀਅਲ ਵੀ ਤਾਂ ਹੀ ਖਰੀਦਾਂਗੇ, ਮਸ਼ੀਨਰੀ ਵੀ ਤਾਂ ਹੀ ਖਰੀਦਾਂਗੇ ਜੇ ਆਪਣੇ ਕੋਲ ਪੈਸਾ ਹੋਏਗਾ। ਮਾਰਕੀਟਿੰਗ ਵੀ ਤਾਂ ਹੀ ਕਰ ਸਕਾਂਗੇ ਜੇ ਆਪਣੇ ਕੋਲ ਐਡਵਰਟਾਈਜ਼ਮੈਂਟ ਲਈ ਪੈਸਾ ਹੈਗਾ। ਇਹ ਸਾਰਾ ਕੁਛ ਮਨੀ ਦੇ ਉੱਪਰ ਡਿਪੈਂਡ ਕਰਦਾ ਕਿੰਨੀ ਸਾਡੇ ਕੋਲ ਅਵੇਲੇਬਲ ਹੈ। ਐਂਡ ਪ੍ਰੋਪਰ ਯੂਜ ਆਫ ਫਾਈਨਾਂਸ, ਜਿਹੜਾ ਪੈਸੇ ਦਾ ਪ੍ਰੋਪਰ ਯੂਜ, ਇਟ ਇਜ਼ ਨੋਨ ਐਜ਼ ਫਾਈਨੈਂਸ਼ੀਅਲ ਮੈਨੇਜਮੈਂਟ। ਫਾਈਨੈਂਸ ਪ੍ਰੋਕਿਓਰਮੈਂਟ, ਪੈਸਾ ਅਰੇਂਜ ਕਰਨਾ, ਪੈਸਾ ਇਕੱਠਾ ਕਰਨਾ, ਕਿੱਥੋਂ ਫਾਈਨਾਂਸ ਜਿਹੜਾ ਅਸੀਂ ਪ੍ਰੋਕਿਓਰ ਕਰ ਸਕਦੇ ਹਾਂ। ਰੇਜ਼ਿੰਗ ਕੈਪੀਟਲ ਥਰੂ ਲੋਨਸ ਫਰੋਮ ਬੈਂਕ, ਅਸੀਂ ਬੈਂਕ ਤੋਂ ਲੋਨ ਲੈ ਕੇ ਜਿਹੜਾ ਹੈ ਮਨੀ ਅਸੀਂ ਇਕੱਠੀ ਕਰ ਸਕਦੇ ਹਾਂ। ਰੇਜ਼ਿੰਗ ਕੈਪੀਟਲ ਥਰੂ ਇਕੁਇਟੀ ਸੇਲਸ, ਆਪਣੇ ਸ਼ੇਅਰ ਬਣਾ ਕੇ, ਜਿਵੇਂ ਕੰਪਨੀ ਦੇ ਮੰਨ ਲਓ ਜਿੰਨਾ ਪੈਸਾ ਲਾਉਣਾ ਹੈ 10 ਲੱਖ ਜਾਂ ਅਸੀਂ ਸਮਝਦੇ ਹਾਂ ਕਿ 50 ਲੱਖ ਰੁਪਇਆ ਲੱਗੇਗਾ, ਤਾਂ ਅਸੀਂ ਉਸ ਦਾ 25%, 30%, 50% ਤੱਕ ਉਸ ਦੇ ਛੋਟੇ ਸ਼ੇਅਰ 10 ਰੁਪਏ ਦੇ, 20 ਰੁਪਏ ਦੇ, 100 ਰੁਪਏ ਦੇ, 500 ਰੁਪਏ ਦੇ, ਉਹ ਵੀ ਅਸੀਂ ਮਾਰਕੀਟ ਦੇ ਵਿੱਚ ਦੇ ਸਕਦੇ ਹਾਂ। ਉਹਦੇ ਵਿੱਚ ਇਹ ਹੋਊਗਾ ਕਿ ਜੋ ਪ੍ਰੋਫਿਟ ਹੋਊਗਾ ਉਸ ਤੋਂ ਬਾਅਦ ਉਹ ਉਸ ਜਿਵੇਂ ਜੇਕਰ ਅਸੀਂ ਮੰਨ ਲਓ 50 ਲੱਖ ਦੇ ਹੀ ਅਸੀਂ ਕੰਪਨੀ ਦੇ ਖਰਚਾ ਕੀਤਾ, 25 ਲੱਖ ਦੇ ਅਸੀਂ ਸ਼ੇਅਰ ਕਰਤੇ ਹੈ, ਸਾਨੂੰ ਕੱਲ੍ਹ ਨੂੰ 10 ਲੱਖ ਰੁਪਇਆ ਫਾਇਦਾ ਹੁੰਦਾ, ਤਾਂ ਸਾਡਾ ਜਿਹੜਾ ਫਾਇਦਾ ਰਹਿਣਾ ਉਹ 5 ਲੱਖ ਹੀ ਰਹਿਣਾ। ਬਾਕੀ 5 ਲੱਖ ਜਿਹੜਾ ਹੈਗਾ ਉਹ ਸਾਰਾ ਸ਼ੇਅਰ ਹੋਲਡਰਸ ਦੇ ਵਿੱਚ ਡਿਵਾਈਡ ਹੋ ਜਾਣਾ। ਦੈਨ ਫੰਡਸ ਫਰੋਮ ਬੋਰੋਇੰਗ, ਉਧਾਰ ਲੈ ਸਕਦੇ ਹਾਂ ਕਿਸੇ ਵੀ ਆਪਣੇ ਜਾਣ ਪਛਾਣ ਵਾਲਿਆਂ ਤੋਂ, ਰਿਸ਼ਤੇਦਾਰਾਂ ਤੋਂ, ਦੋਸਤਾਂ ਮਿੱਤਰਾਂ ਤੋਂ, ਜਾਂ ਕੋਈ ਹੋਰ ਕਿਤੋਂ ਫੰਡਿੰਗ ਏਜੰਸੀਜ਼ ਹੈਗੀਆਂ ਉੱਥੋਂ ਆਪਾਂ ਬੋਰੋ ਕਰ ਸਕਦੇ ਹਾਂ। ਫੰਡਸ ਫਰੋਮ ਮਾਰਕੀਟਿੰਗ ਪਾਰਟਨਰਸ਼ਿਪ, ਕਿਸੇ ਹੋਰ ਬੰਦੇ ਨਾਲ ਆਪਾਂ ਹੋਰ ਪਰਸਨ ਨਾਲ ਪਾਰਟਨਰਸ਼ਿਪ ਕਰ ਲੈਂਦੇ ਹਾਂ ਕਿ ਅਸੀਂ ਮੇਰੇ ਕੋਲ ਪੈਸੇ ਥੋੜ੍ਹੇ ਹੈ ਕਿ ਤੁਸੀਂ ਵੀ ਥੋੜ੍ਹੇ ਪੈਸੇ ਲਾਓ, ਆਪਾਂ ਕੰਮ ਸ਼ੁਰੂ ਕਰੀਏ ਅਤੇ ਫਿਰ ਪ੍ਰੋਫਿਟ ਜਿਹੜਾ ਉਹਨਾਂ ਆਪਾਂ ਡਿਵਾਈਡ ਕਰ ਲਾਂਗੇ ਜਿੰਨੇ % ਦਾ ਕੋਈ ਪਾਰਟਨਰਸ਼ਿਪ ਕਰੇਗਾ। ਹੁਣ ਜੋ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਕੰਮ ਪੈਸਾ ਇਕੱਠਾ ਹੋਣ ਤੋਂ ਬਾਅਦ ਸ਼ੁਰੂ ਹੁੰਦਾ। ਸਾਰੇ ਜਿੰਨੇ ਫਾਈਨੈਂਸ਼ੀਅਲ ਐਸੈਟਸ ਹੈ, ਜਿੰਨੇ ਵੀ ਖਰੀਦੀ ਹੋਈਆਂ ਚੀਜ਼ਾਂ, ਲੈਂਡ ਹੈ, ਮਸ਼ੀਨਰੀ ਹੈ, ਉਹਨਾਂ ਨੂੰ ਜਿਹੜੇ ਆਪਾਂ ਵਰਕਰ ਰੱਖਣੇ ਹੈ, ਸਭ ਨੂੰ ਉਹਨਾਂ ਦੀ ਐਡਮਿਨ ਕਰਨੀ। ਫਾਈਨੈਂਸ਼ੀਅਲ ਐਸੈਟਸ ਦੀ ਜਿਹੜਾ ਰਾ ਮਟੀਰੀਅਲ ਲਿਆਉਣਾ, ਜੋ ਸਮਾਨ ਜਾਣਾ, ਸਮਾਨ ਆਉਣਾ ਹੈ, ਖਰੀਦਣ ਦਾ, ਵੇਚਣ ਦਾ, ਸਾਰਾ ਜੋ ਵੀ ਐਡਮਿਨਿਸਟ੍ਰੇਸ਼ਨ ਹੈ ਉਹ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਅੰਡਰ ਆਏਗੀ। ਮੇਨਟੇਨੈਂਸ ਆਫ ਫਾਈਨੈਂਸ਼ੀਅਲ ਐਸੈਟਸ, ਜਿਹੜੇ ਸਾਡੇ ਐਸੈਟਸ ਹੈਗੇ ਹੈ, ਜੋ ਸਾਡਾ ਜੋ ਵੀ ਇੱਕ ਤਰ੍ਹਾਂ ਪ੍ਰੋਪਰਟੀ ਬਣ ਗਈ ਜਾਂ ਜੋ ਸਾਡਾ ਸਮਾਨ ਬਣ ਗਿਆ, ਜਿਹੜੀਆਂ ਸਾਡੀਆਂ ਕੀਮਤੀ ਚੀਜ਼ਾਂ ਸਾਡੇ ਕੋਲ ਉਪਲਬਧ ਹੋ ਗਈਆਂ, ਜਿਹੜੀਆਂ ਪੈਸੇ ਨਾਲ ਆਈਆਂ, ਉਹਨਾਂ ਨੂੰ ਮੇਨਟੇਨ ਵੀ ਕਰਕੇ ਰੱਖਣਾ, ਇਹ ਵੀ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਕੰਮ ਹੈ। ਦੈਨ ਆਈਡੈਂਟੀਫਿਕੇਸ਼ਨ ਆਫ ਫਾਈਨੈਂਸ਼ੀਅਲ ਰਿਸਕ, ਮਨੀ ਨੂੰ ਕਿੱਥੇ ਰਿਸਕ ਹੈ ਉਹਨੂੰ ਆਈਡੈਂਟੀਫਾਈ ਕਰਨਾ। ਦੈਨ ਮੈਨੇਜਮੈਂਟ ਆਫ ਫਾਈਨੈਂਸ਼ੀਅਲ ਰਿਸਕ, ਇਸ ਰਿਸਕ ਦਾ ਮੈਨੇਜ ਕਰਨਾ ਕਿ ਰਿਸਕ ਜਿਹੜੇ ਹੈ ਸਾਨੂੰ ਘੱਟ ਤੋਂ ਘੱਟ ਜਿਹੜੇ ਹੈ ਉਹਦਾ ਇਹ ਪ੍ਰੋਬਲਮ ਆਏ, ਸਾਨੂੰ ਰਿਸਕ ਨਾ ਹੋਏ, ਸਾਨੂੰ ਕੋਈ ਲੋਸ ਨਾ ਹੋਏ। ਮੈਨੇਜਰੀਅਲ ਫਾਈਨਾਂਸ, ਇਟ ਇਜ਼ ਬ੍ਰਾਂਚ ਆਫ ਫਾਈਨਾਂਸ ਦੈਟ ਕੰਸਰਨਸ ਇਟਸੈਲਫ ਵਿਦ ਦਾ ਮੈਨੇਜਰੀਅਲ ਸਿਗਨੀਫਿਕੈਂਸ ਆਫ ਫਾਈਨਾਂਸ ਟੈਕਨੀਕਸ, ਜਿਹੜੀਆਂ ਕਿ
मैनेजमेंट या कोई मैनेजर है उस दा जिहड़ा फिनांस टैकनीक्स नाल जिहड़ा करना ये मैनेजरियल फिनांस। दैन कारपोरेट फिनांस एन एरिया ऑफ फाइनेंस डीलिंग विद कारपोरेट फाइनैंशियल डिसीजन एट ए बिगर लैवल। जे असीं किते वड्डे लैवल ते कोई डिसीजन लेना तो वो एक कारपोरेट फिनांस के अंडर वो फाइनैंशियल मैनेजमेंट का ये स्कोप हो जाता है। ऑबजैक्टिव्स ऑफ फाइनैंशियल मैनेजमेंट, इस दे मेन दो ऑबजैक्टिव्स ने, मैक्सीमाइजेशन ऑफ प्रॉफिट्स ऑफ फर्म एंड मैक्सीमाइजेशन ऑफ शेयर होल्डर वैल्थ। दोनों तरह एक तरह प्रॉफिट ही है कि प्रॉफिट वाले पासे नूं आपां तुरना हैगा। किसी भी बिजनेस फर्म का जो भी उसका जिहड़ा हैगा सक्सैस प्रॉफिट तो ही गिणिया जाता है। प्राइम गोल भी जिहड़ा हैगा प्रॉफिट तो होवे ते प्रॉफिट वधदा जावे। इस दे विच ये है कि जेकर असी सारियां कंपनी सिर्फ प्रॉफिट वाल देखांगे तो एनवायरनमेंट ते वैलफेयर ते बहुत ज़्यादा फर्क पेगा। जिहड़ा हैगा सोसाइटी नूं फिर थोड़ा नुकसान हुंदा है जेकर सिर्फ रिसोर्सिस नूं यूज कर करके कंपनी अपना फिनांस जिहड़ा हैगा वधाई जावे, प्रॉफिट वधाई जावे, रिस्क नूं इग्नोर करी जावे, तो ये चीज़ां जिहड़ियां हैगियां सोसाइटी लई माड़ियां हुंदियां। सो प्रॉफिट नूं मैक्सीमाइज़ करदे करदे भी एनवायरनमेंट दा रूल्स दा सरकारी जो भी सानूं नियम ने सारिਆਂ ਦਾ ध्यान रखते हुए जेकर असीं काम करांगे ਤਾਂ ਸਾਡਾ ਅਸੀਂ ਮੰਨਾਂਗੇ कि ਸਾਡਾ ਜਿਹੜਾ ਹੈਗਾ ਅਸੀਂ ਸਾਡਾ प्रॉफिट है किसी अर्थ आया। दैन मैक्सीमाइजेशन ऑफ शेयर होल्डर वैल्थ, ये भी ये है कि जिन्ना असीं प्रॉफिट कमावांगे जिन्ने शेयर होल्डर है ਉਹਨਾਂ ਦੀ ਵੀ ਉਹਨਾਂ ਜਿਹੜਾ ਧਨ ਹੈ ਜਿੰਨਾ ਉਹਨਾਂ ਕੋਲੇ ਆਪਾਂ ਸਮਝਦੇ ਹਾਂ ਕਿ ਵੈਲਥ ਹੈ ਉਹ ਵਧੇਗਾ। ਸੋ ਇਹੀ ਚੀਜ਼ਾਂ ਦੋਵੇਂ ਫਾਈਨੈਂਸ਼ੀਅਲ ਮੈਨੇਜਮੈਂਟ ਦੀਆਂ ਮੇਨ ਕੰਮ ਹੈਗੇ ਹੈ ਕਿ ਜਿਹੜੇ ਓਬਜੈਕਟਿਵਸ ਇਹੀ ਨੇ ਕਿ ਪ੍ਰੋਫਿਟ ਵਧਾਉਣਾ, ਸ਼ੇਅਰ ਹੋਲਡਰ ਦੀ ਵੈਲਥ ਨੂੰ ਵਧਾਉਣਾ। फंक्शंस ऑफ फाइनेंशियल मैनेजमेंट, जो फाइनेंस मैनेजर है या फाइनेंशियल मैनेजमेंट जो एक डिपार्टमेंट है उसने जिहड़ा काम करना हैगा इनू कंट्रोलर ऑफ फाइनेंस भी कह दिंदे आ, फाइनेंशियल मैनेजर भी कह दिंदे आ, मैनेजर फाइनेंस भी कह सकते हैं। जिहड़ा ये मैनेजर हैगा जिहड़ा फाइनेंशियल मैनेजमेंट नू डील कर रहा है इस दे जिहड़े मेन फंक्शंस ने, प्रोविजन ऑफ कैपिटल, इसने इस तरह का प्रोग्राम उलीकना है कि पैसे जिहड़े ने जिन्ने चाहिए ने, जो मनी चाहिए है, कैपिटल चाहिए है, वो प्रोवाइड करे। इन्वैसटर्स रिलेशनस, इस दे जिहड़ा हैगा मार्केट दे विच वधिया इसने तालमेल बना के रखना। इन्वैसटमेंट जिहड़े बैंकर ने या फाइनैंशियल जिहड़े शेयर लैंदे ने लोग, शेयर होल्डर ने, एनालिस्ट ने जिहड़े, उन्हां नाल इस दे रिलेशन जिहड़े ने इन्वैसटर्स नाल वधिया होने चाहिए है। शॉर्ट टर्म फाइनैंसिंग, जेकर किते कंपनी नूं लोड़ पैंदी है थोड़े समय की तो बैंकों तो या होर जिहड़ियां इंस्टीट्यूशनस है फाइनैंशियल जिहड़ियां कंपनीज हैगियां फाइनेंस कंपनीज, उन्हां तो जिहड़ा हैगा एडिकेट रिसोर्सिस जिहड़े एडिकेट पैसा जिहड़ा अवेलेबल हो सके। बैंकिंग एंड कस्टडी, इस दे विच है कि सारे जिन्ने भी लोन लए ने उन्हां दे सारे डॉकूमेंट्स जो भी सिक्योरिटीज़ ਲਈ ਦਿੱਤੀਆਂ ਹੋਈਆਂ ਰੱਖੀਆਂ ਹੋਈਆਂ ਸਾਰਾ ਪ੍ਰੋਪਰ ਇੱਥੇ ਮੇਨਟੇਨ ਹੋਣਾ ਚਾਹੀਦਾ ਕਿ ਜਿਵੇਂ ਜਿਵੇਂ ਲੋਨ ਪੂਰਾ ਹੁੰਦਾ ਜਾਵੇ ਜਿਹੜੀ ਸਿਕਿਉਰਿਟੀ ਹੈ ਉਹ ਡਾਕੂਮੈਂਟ ਵਾਪਸ ਵੀ ਲਏ ਜਾਣ, ਪੂਰਾ ਰਿਕਾਰਡ ਪੂਰਾ ਉਸ ਦੀ ਕਸਟਡੀ ਵਿੱਚ ਹੋਣਾ ਚਾਹੀਦਾ। ਕ੍ਰੈਡਿਟ ਐਂਡ ਕਲੈਕਸ਼ਨ, to direct the granting of credit and collection of accounts due to company, including the supervision of required arrangements for financing sales such as time payment and leasing plans। ਜਿਹੜਾ ਕਿਤੋਂ ਉਧਾਰ ਲੈਣਾ ਜਾਂ ਪੈਸੇ ਜਿਹੜੇ ਨੇ ਉਧਾਰ ਦੇਣਾ ਜਾਂ ਜੋ ਵੀ ਉਧਾਰ ਦਿੱਤਾ ਹੋਇਆ ਉਸ ਨੂੰ ਵਾਪਸ ਲੈਣਾ ਜਾਂ ਉਧਾਰ ਲਿਆ ਉਸ ਨੂੰ ਵਾਪਸ ਦੇਣਾ, ਇਹਨਾਂ ਸਾਰਿਆਂ ਦੀ ਕ੍ਰੈਡਿਟਸ ਦੀ ਕਲੈਕਸ਼ਨਸ ਦੀ ਪੂਰੀ ਸੁਪਰਵਿਜ਼ਨ ਕਰਨਾ, ਪੂਰਾ ਰਿਕਾਰਡ ਕਰਨਾ ਕਿ ਟਾਈਮਲੀ ਸਾਰਾ ਕੁਝ ਹੋਵੇ ਤਾਂ ਜੋ ਕੰਪਨੀ ਦੇ ਕੋਲੇ ਕੰਮ ਵੀ ਚੱਲਦਾ ਰਹੇ ਅਤੇ ਕੰਪਨੀ ਦਾ ਜੋ ਰੈਪੂਟੇਸ਼ਨ ਵੀ ਹੈ ਮਾਰਕੀਟ ਦੇ ਵਿੱਚ ਬਣਿਆ ਰਹੇ। ਇਨਵੈਸਟਮੈਂਟਸ ਐਂਡ ਇੰਸ਼ੋਰੈਂਸ, ਜਿਹੜਾ ਹੈਗਾ ਜੇਕਰ ਸਰਪਲਸ ਪੈਸਾ ਕੋਈ ਆ ਜਾਂਦਾ ਉਹਨੂੰ ਅੱਗੇ ਵਾਸਤੇ ਇਨਵੈਸਟ ਕਰਨ ਦੇ ਵੀ ਪੂਰੀ ਵਧੀਆ ਤਰੀਕੇ 'ਚ ਵਧੀਆ ਥਾਵਾਂ 'ਤੇ ਇਨਵੈਸਟ ਕੀਤਾ ਜਾਵੇ। ਇੰਸ਼ੋਰੈਂਸ ਕਵਰੇਜ ਵੀ ਨਾਲ ਰੱਖੀ ਜਾਵੇ, ਕੰਪਨੀ ਦੀ ਵੀ, ਬਿਲਡਿੰਗ ਵਗੈਰਾ ਦੀ ਵੀ, ਸਮਾਨ ਦੀ ਵੀ ਅਤੇ ਇੰਪਲਾਈਜ਼ ਦੀ ਵੀ। ਇਹ ਇੰਸ਼ੋਰੈਂਸ ਵੀ ਜੋ ਕਰਨਾ ਹੈ ਫਾਈਨੈਂਸ਼ੀਅਲ ਮੈਨੇਜਰ ਜਾਂ ਫਾਈਨੈਂਸ਼ੀਅਲ ਮੈਨੇਜਮੈਂਟ ਡਿਪਾਰਟਮੈਂਟ ਉਸਨੇ ਕਰਨਾ ਹੈ। ਪਲੈਨਿੰਗ ਫॉर कंट्रोल, रिपोर्टिंग एंड इंटरप्रेटिंग,
ਸਾਰਾ ਜਿੰਨਾ ਵੀ ਕੰਟਰੋਲ ਆਫ ਆਪਰੇਸ਼ਨ ਹੈ ਉਹਦੇ ਨਾਲ ਕੋਆਰਡੀਨੇਟ ਕਰਨਾ, ਉਹਦੀ ਪੂਰੀ ਐਡਮਿਨਿਸਟ੍ਰੇਸ਼ਨ ਕਰਨੀ, ਜੋ ਇਨਫੋਰਮੇਸ਼ਨ ਆ ਰਹੀ ਹੈ ਆਪਰੇਟਿੰਗ ਪਲਾਂਟਸ ਦੀ, ਕਿਸ ਤਰ੍ਹਾਂ ਦਾ ਕੰਮ ਹੋ ਰਿਹਾ, ਕਿੰਨਾ ਪੈਸਾ ਜਾ ਰਿਹਾ, ਕਿੰਨਾ ਆ ਰਿਹਾ, ਉਹਦੀ ਪੂਰੀ ਰਿਪੋਰਟ ਕਰਨਾ, ਉਹਨੂੰ ਪੂਰੀ ਤਰ੍ਹਾਂ ਇੰਟਰਪ੍ਰੇਟ ਕਰਕੇ ਰੱਖਣਾ ਰਿਜ਼ਲਟਸ ਨੂੰ, ਤਾਂ ਕਿ ਉਹ ਕੱਲ੍ਹ ਨੂੰ ਲੋੜ ਵੇਲੇ ਜਾਂ ਅੱਗੇ ਐਕਸਪੈਂਸ਼ਨ ਦੇ ਜਾਂ ਫਰਦਰ ਹੋਰ ਕਿੱਥੇ ਲੋੜ ਪੈਂਦੀ ਹੈ ਉਹਦੇ ਕੰਮ ਆਵੇ। ਇਵੈਲੂਏਸ਼ਨ ਐਂਡ ਕੰਸਲਟਿੰਗ, ਜਿਹੜਾ ਆਪਣਾ ਜੋ ਬਿਜ਼ਨਸ ਹੈ ਉਸ ਦੀ ਇਵੈਲੂਏਸ਼ਨ ਕਰਨੀ ਕਿ ਕਿੰਨਾ ਪ੍ਰੋਫਿਟ ਹੋ ਰਿਹਾ ਹੈ, ਕਿਸ ਤਰ੍ਹਾਂ ਦੀ ਉਹਦੀ ਪੂਰੀ ਇਵੈਲੂਏਸ਼ਨ ਕੰਪਨੀ ਦੀ ਉਹਦੇ ਕੋਲੇ ਫਾਈਨੈਂਸ਼ੀਅਲ ਮੈਨੇਜਮੈਂਟ ਡਿਪਾਰਟਮੈਂਟ ਕੋਲ ਹੁੰਦੀ ਹੈ। ਕਿਤੋਂ ਕੰਸਲਟ ਕਰਨਾ ਹੈ ਤਾਂ ਉਹ ਵੀ ਇਸੇ ਨੇ ਹੀ ਕਰਨਾ ਹੈ, ਕੰਸਲਟੈਂਟ ਨਾਲ ਸਮੇਂ ਰਹਿੰਦਿਆਂ ਹੀ ਕਿਸੇ ਵੀ ਪ੍ਰੋਬਲਮ ਨੂੰ ਡੀਲ ਕਰਨ ਲਈ ਕੰਸਲਟੇਸ਼ਨ ਕਰਕੇ ਰੱਖਣੀ ਹੈ। ਟੈਕਸ ਐਡਮਿਨਿਸਟ੍ਰੇਸ਼ਨ ਐਂਡ ਗੌਰਮੈਂਟ ਰਿਪੋਰਟਿੰਗ, ਜੋ ਵੀ ਸਰਕਾਰ ਦੀਆਂ ਟੈਕਸ ਪੋਲਿਸੀਜ਼ ਹੈ, ਜੋ ਰਿਪੋਰਟਸ ਹੈ ਗੌਰਮੈਂਟ ਦੀਆਂ ਉਹ ਸਮੇਂ ਸਿਰ ਦੇਣੀਆਂ। ਪ੍ਰੋਟੈਕਸ਼ਨ ਆਫ ਐਸੈਟਸ, ਆਪਣੇ ਜੋ ਵੀ ਐਸੈਟਸ ਹੈ, ਜੋ ਅਸੀਂ ਆਪਣੇ ਬਿਜ਼ਨਸ ਆਪਣਾ ਸ਼ੁਰੂ ਕੀਤਾ ਹੈ, ਜੋ ਵੀ ਉੱਥੇ ਸਮਾਨ ਹੈ, ਜੋ ਵੀ ਚੀਜ਼ਾਂ ਅਸੀਂ ਲਈਆਂ ਹੈਗੀਆਂ, ਜਾਇਦਾਦ ਜੋ ਵੀ ਬਣਾਈ ਹੈ, ਉਸ ਦਾ ਪੂਰਾ ਜੋ ਹੈ ਪ੍ਰੋਟੈਕਟ ਕਰਕੇ ਰੱਖਣਾ, ਇੰਟਰਨਲ ਕੰਟਰੋਲ ਉਹਦਾ ਪੂਰਾ ਰੱਖਣਾ, ਆਡਿਟ ਕਰਕੇ ਰੱਖਣਾ, ਇੰਸ਼ੋਰੈਂਸ ਕਵਰ ਰੱਖਣਾ, ਇਹ ਸਾਰਾ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਕੰਮ ਹੈ। ਨੈਟ ਪ੍ਰੈਜੈਂਟ ਵੈਲਿਊ, NVP ਜਾਂ NPW, ਨੈਟ ਪ੍ਰੈਜੈਂਟ ਵੈਲਿਊ, ਨੈਟ ਪ੍ਰੈਜੈਂਟ ਵਰਥ, ਇਹ ਟਰਮ ਆਪਾਂ ਆਮ ਤੌਰ 'ਤੇ ਸੁਣਦੇ ਹਾਂ ਫਿਨਾਂਸ ਦੀਆਂ ਟਰਮਸ ਦੇ ਵਿੱਚ, ਬੈਂਕਾਂ ਦੇ ਵਿੱਚ ਵੀ ਜ਼ਿਆਦਾਤਰ ਸੁਣੀਆਂ ਜਾਂਦੀਆਂ। ਇਹ ਕੀ ਹੈ ਕਿ ਇੱਕ ਟਾਈਮ 'ਤੇ ਕਿੰਨਾ ਟੋਟਲ ਕੈਸ਼ ਫਲੋ ਹੈ, ਕਿ ਇਨ ਕਿੰਨਾ ਆ ਰਿਹਾ ਕੈਸ਼, ਆਊਟ ਕਿੰਨਾ ਜਾ ਰਿਹਾ, ਉਹਨਾਂ ਦਾ ਡਿਫਰੈਂਸ ਕਰਕੇ ਮਤਲਬ ਐਟ ਪ੍ਰੈਜੈਂਟ ਕਿੰਨਾ ਕੈਸ਼ ਫਲੋ ਸਾਡੇ ਕੋਲ ਹੈ। ਇਸ ਨੂੰ ਅਸੀਂ ਬੋਲਦੇ ਹਾਂ ਟੋਟਲ ਪ੍ਰੈਜੈਂਟ ਵੈਲਿਊ। ਇਸ ਦੇ ਵਿੱਚ ਅੱਗੇ ਆ ਜਾਂਦਾ ਸਟੈਂਡਰਡ ਇਹ ਜਿਹੜਾ ਇੱਕ ਸਟੈਂਡਰਡ ਮੈਥਡ ਹੈ ਕਿ ਟਾਈਮ ਵੈਲਿਊ ਆਫ ਮਨੀ ਟੂ ਅਪਰੇਜ਼ ਲੌਂਗ ਟਰਮ ਪ੍ਰੋਜੈਕਟ, ਮਤਲਬ ਜੇਕਰ ਪ੍ਰੋਜੈਕਟ ਜਿਹੜੀਆਂ ਹੈਗੇ ਨੇ ਉਹਨਾਂ ਨੂੰ ਕਿ ਲੌਂਗ ਟਰਮਸ ਨੂੰ ਅਪਰੇਜ਼ ਕਰਨਾ, ਮਤਲਬ ਉਹਨਾਂ ਦੀ ਇਵੈਲੂਏਸ਼ਨ ਕਰਨਾ, ਉਹਨਾਂ ਬਾਰੇ ਚੈੱਕ ਕਰਨਾ। ਪ੍ਰੋਜੈਕਟ ਅਪਰੇਜ਼ਲ ਇਹਦੇ ਤੋਂ ਹੋ ਜਾਂਦੀ ਹੈ ਕਿ ਅਸੀਂ ਜੋ ਕਿੰਨੇ ਕੁ ਸਫਲ ਹੋ ਰਹੇ ਹਾਂ ਅਤੇ ਅੱਗੇ ਕਿੰਨੇ ਹੋਰ ਸਫਲ ਹੋਵਾਂਗੇ, ਇਹ NPV ਤੋਂ ਅਸੀਂ ਫਾਈਂਡ ਕਰ ਸਕਦੇ ਹਾਂ। ਇਟ ਇਜ਼ ਯੂਜ਼ਡ ਫॉर ਕੈਪੀਟਲ ਬਜਟਿੰਗ, ਕਿੰਨਾ ਬਜਟ ਸਾਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਚਾਹੀਦਾ ਹੈ, ਕਿਸ ਕੰਮ ਲਈ ਚਾਹੀਦਾ, ਇਹ ਸਾਰਾ ਜੋ ਹੈ ਇਹ ਨੈਟ ਪ੍ਰੈਜੈਂਟ ਵੈਲਿਊ 'ਤੇ ਡਿਪੈਂਡ ਕਰਦਾ ਹੈ। ਇਟ ਮੇਜਰਸ ਐਕਸੈਸ ਔਰ ਸ਼ਾਰਟਫਾਲ ਆਫ ਕੈਸ਼ ਫਲੋ, ਜੋ ਕੈਸ਼ ਫਲੋ ਜ਼ਿਆਦਾ ਤਾਂ ਨਹੀਂ ਹੋ ਰਹੀ ਜਾਂ ਘੱਟ ਤਾਂ ਨਹੀਂ ਹੋ ਰਹੀ, ਇਹ ਵੀ ਜੋ ਨੈਟ ਪ੍ਰੈਜੈਂਟ ਵੈਲਿਊ ਹੈ ਉਹ ਕੈਲਕੂਲੇਟ ਕਰਕੇ ਮੇਜਰ ਕਰਕੇ ਦੱਸਦੀ ਹੈ। NPV, ਨੈਟ ਪ੍ਰੈਜੈਂਟ ਵੈਲਿਊ ਦਾ ਜੋ ਫਾਰਮੂਲਾ ਹੈ ਇੱਥੇ ਤੁਸੀਂ ਦੇਖ ਰਹੇ ਹੋ, RT ਡਿਵਾਈਡਡ ਬਾਈ 1 + I ਰੇਜ਼ ਟੂ ਪਾਵਰ T। T ਹੈਗਾ ਟਾਈਮ ਆਫ ਕੈਸ਼ ਫਲੋ, ਆਮ ਤੌਰ 'ਤੇ ਸਾਲਾਂ ਦੇ ਵਿੱਚ ਲਿਆ ਜਾਂਦਾ ਜਾਂ ਤਿਮਾਹੀਆਂ ਦੇ ਵਿੱਚ ਜਾਂ ਛਮਾਹੀਆਂ ਦੇ ਵਿੱਚ ਵੀ ਲਿਆ ਜਾ ਸਕਦਾ। 3 ਮਹੀਨੇ ਦਾ ਟਾਈਮ ਫਲੋ 3 ਮਹੀਨੇ ਦਾ ਕੈਸ਼ ਫਲੋ, 6 ਮਹੀਨੇ ਦਾ ਕੈਸ਼ ਫਲੋ ਜਾਂ ਸਾਲ ਦਾ ਕੈਸ਼ ਫਲੋ। I ਜਿਹੜਾ ਡਿਸਕਾਊਂਟ ਰੇਟ ਹੈ ਕਿ ਮਨੀ ਦੇ ਵਿੱਚ ਕਿੰਨਾ ਕੁ ਫਰਕ ਪੈ ਰਿਹਾ, ਸਾਡਾ ਜਿਹੜਾ ਪੈਸਾ ਹੈਗਾ ਕਿੰਨਾ ਘਟ ਰਿਹਾ, ਮਤਲਬ ਅੱਜ ਜੋ ਵੈਲਿਊ ਹੈ ਪੈਸੇ ਦੀ ਅੱਜ ਤੋਂ 1 ਸਾਲ ਬਾਅਦ ਕਿੰਨੀ ਘਟੇਗੀ, ਇਹ ਅਸੀਂ ਆਈਡੀਆ ਲਾਣਾ ਹੈ। RT ਜਿਹੜਾ ਹੈਗਾ ਨੈਟ ਕੈਸ਼ ਫਲੋ ਐਟ ਏ ਟਾਈਮ T ਹੈ, ਚਾਹੇ ਉਹ 3 ਮਹੀਨੇ ਦਾ ਹੈ, 6 ਮਹੀਨੇ ਦਾ, ਚਾਹੇ ਸਾਲ ਦਾ ਜਾਂ 2 ਸਾਲ ਹੈ, 3 ਸਾਲ ਹੈ, ਜੋ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਇਟ ਇਜ਼ ਇਨਫਲੋ ਮਾਈਨਸ ਆਊਟਫਲੋ, ਕਿਸੇ ਵੀ ਇੱਕ ਟਾਈਮ T 'ਤੇ ਜਿਹੜਾ ਸਾਡੇ ਕੋਲ ਨੈਟ ਕੈਸ਼ ਫਲੋ ਹੈਗਾ, ਇਨਫਲੋ ਅਤੇ ਮਾਈਨਸ ਆਊਟਫਲੋ ਕਰਕੇ ਜੋ ਸਾਡੇ ਕੋਲ ਇਸ ਟਾਈਮ ਪਿਆ ਹੈਗਾ ਪੈਸਾ, ਦੈਟ ਇਜ਼ RT। I ਇਜ਼ ਦਾ ਡਿਸਕਾਊਂਟ ਰੇਟ ਐਂਡ T ਇਜ਼ ਦਾ ਟਾਈਮ ਆਫ ਕੈਸ਼ ਫਲੋ। ਡਿਸਕਾਊਂਟ ਰੇਟ ਜਿੰਨਾ ਵੀ ਹੋਗਾ, ਮਤਲਬ 5% ਜੇਕਰ ਡਿਸਕਾਊਂਟ ਰੇਟ ਅਸੀਂ ਮੰਨਦੇ ਹਾਂ, ਡਿਸਕਾਊਂਟ ਰੇਟ ਨੂੰ 10% ਮੰਨਦੇ ਹਾਂ, 1/5/100 ਜਾਂ 1/10/100, ਸੋ ਰੇਜ਼ ਟੂ ਪਾਵਰ ਕਿੰਨੇ ਸਾਲ ਉਹਦੇ ਹੋ ਜਾਂਦੇ ਹੈ। ਸੋ ਇਹ ਅਸੀਂ ਕੈਲਕੂਲੇਟ ਕਰ ਸਕਦੇ ਹਾਂ ਨੈਟ ਪ੍ਰੈਜੈਂਟ ਵੈਲਿਊ, ਜਿਹਦੇ ਨਾਲ ਕਿ ਪੂਰਾ ਜਿਹੜਾ ਕੈਪੀਟਲ ਬਜਟ ਬਣਾ ਸਕਦੇ ਹਾਂ, ਪ੍ਰੋਜੈਕਟ ਦੀ ਅਪਰੇਜ਼ਲ ਕਰ ਸਕਦੇ ਹਾਂ, ਐਕਸੈਸ ਜਾਂ ਸ਼ਾਰਟਫਾਲ ਹੈ ਉਹਨੂੰ ਡਿਫਾਈਨ ਕਰ ਸਕਦੇ ਹਾਂ। ਇਹ ਸਾਰਾ ਜੋ ਹੈ ਨੈਟ ਪ੍ਰੈਜੈਂਟ ਵੈਲਿਊ ਦਾ ਇਹ ਫਾਰਮੂਲਾ ਹੈ, ਇਹਦੇ ਤੋਂ ਹੀ ਸਾਰਾ ਕੈਲਕੂਲੇਸ਼ਨ ਹੁੰਦੀ ਹੈ। ਜਿਹੜਾ ਪਿਛਲੀ ਸਲਾਈਡ ਦੇ ਵਿੱਚ ਆਪਾਂ I ਦੇਖਿਆ ਸੀ ਡਿਸਕਾਊਂਟ ਰੇਟ, ਇਹ ਹੈ ਇੰਟਰਨਲ ਰੇਟ ਆਫ ਰਿਟਰਨ, ਮਤਲਬ ਕਿ ਜਿਹੜਾ ਸਾਡਾ ਹੈਗਾ ਡਿਸਕਾਊਂਟ ਰੇਟ ਜਾਂ ਇੰਟਰਨਲ ਰੇਟ ਆਫ ਰਿਟਰਨ ਸਾਨੂੰ ਕਿੰਨਾ ਹੋਣਾ ਚਾਹੀਦਾ ਹੈ।
ਇਹ ਅਸੀਂ ਇੱਥੋਂ ਇਟ ਇਜ਼ ਯੂਜ਼ ਟੂ ਮੈਜ਼ਰ ਐਂਡ ਕੰਪੇਅਰ ਦਾ ਪ੍ਰੋਫਿਟੇਬਿਲਿਟੀ ਆਫ ਇਨਵੈਸਟਮੈਂਟ, ਮਤਲਬ ਜਿਹੜੀ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਉਹਦਾ ਸਾਨੂੰ ਕਿੰਨੀ ਕੁ ਪ੍ਰੋਫਿਟੇਬਿਲਿਟੀ ਸਾਨੂੰ ਉਮੀਦ ਹੈ। ਹੁਣ ਜੇਕਰ ਬੈਂਕ 'ਚ ਪੈਸਾ ਰੱਖ ਦਿੰਦੇ ਹਾਂ, ਸਾਨੂੰ ਪਤਾ 6% 7% ਸਾਨੂੰ ਵਿਆਜ ਆ ਜਾਣਾ ਸਾਲ ਦਾ, ਤਾਂ ਸਾਨੂੰ ਘੱਟੋ ਘੱਟ 10% ਜੇਕਰ ਫਾਇਦਾ ਹੋਏਗਾ ਸਾਲ ਦਾ, ਤਾਂ ਅਸੀਂ ਮੰਨਦੇ ਹਾਂ ਕਿ ਸਾਡਾ ਬਿਜ਼ਨਸ ਥੋੜ੍ਹਾ ਵਧੀਆ, ਉਸ ਤੋਂ ਹੋਰ ਵੱਧ ਜੇ ਤਾਂ ਹੋਰ ਪ੍ਰੋਫਿਟ ਵਾਲਾ ਹੈਗਾ। ਇਟ ਇਜ਼ ਆਲਸੋ ਨੋਨ ਐਜ਼ ਡਿਸਕਾਊਂਟਡ ਕੈਸ਼ ਫਲੋ ਰੇਟ ਆਫ ਰਿਟਰਨ, DCFROR। ਇਟ ਇਜ਼ ਇਫੈਕਟਿਵ ਇੰਟਰਸਟ ਰੇਟ, ਜਿਹੜਾ ਜਿਵੇਂ ਹੈਗਾ ਇਨਕਮ ਟੈਕਸ ਆਫ ਸੇਵਿੰਗ ਐਂਡ ਲੋਨ, ਹੁਣ ਲੋਨ ਵੀ ਲਿਆ, ਲੋਨ ਵੀ ਪੇ ਕਰਨਾ, ਤਾਂ ਉਹ ਸਾਨੂੰ ਇਹ ਅਸੀਂ ਦੇਖਣਾ ਹੈਗਾ ਕਿ ਸਾਡਾ IRR ਇੰਨਾ ਕੁ ਹੋਣਾ ਚਾਹੀਦਾ ਕਿ ਉਹ ਲੋਨਸ ਜਿਹੜੇ ਅਸੀਂ ਮੋੜ ਰਹੇ ਹਾਂ, ਜਿਹੜੇ ਇੰਟਰਸਟ ਉੱਥੋਂ ਲੈ ਰਹੇ ਹਾਂ, ਉਸ ਤੋਂ ਸਾਡੇ ਕੋਲੇ ਜ਼ਿਆਦਾ ਸਾਡਾ ਆਪਣਾ ਰੇਟ ਬਣ ਰਿਹਾ ਹੋਵੇ, ਜਾਂ ਜਿਹੜੇ ਅਸੀਂ ਜੇਕਰ ਅਸੀਂ ਸੇਵਿੰਗ 'ਚ ਰੱਖਦੇ ਹਾਂ ਉਸ ਤੋਂ ਵੀ ਸਾਨੂੰ ਰਿਟਰਨ ਜ਼ਿਆਦਾ ਆਉਂਦਾ ਹੋਏਗਾ, ਇੰਟਰਨਲ ਰੇਟ ਆਫ ਰਿਟਰਨ, ਤਾਂ ਹੀ ਅਸੀਂ ਮੰਨਾਂਗੇ ਕਿ ਅਸੀਂ ਪ੍ਰੋਫਿਟ 'ਚ ਹੀ ਹਾਂ। ਇੰਟਰਨਲ ਟਰਮ ਇਸ ਨੂੰ ਤਾਂ ਕਹਿੰਦੇ ਆ ਕਿਉਂਕਿ ਇਟ ਰੈਫਰਸ ਟੂ ਫੈਕਟ ਦੈਟ ਐਕਸਟਰਨਲ ਫੈਕਟਰਸ ਆਰ ਨਾਟ ਇਨਕਾਰਪੋਰੇਟਡ ਇਨ ਕੈਲਕੂਲੇਸ਼ਨ, ਕਿ ਇਹਦੇ 'ਚ ਅਸੀਂ ਐਕਸਟਰਨਲ ਫੈਕਟਰ ਹੋਰ ਨਹੀਂ ਕੋਈ ਕਾਰਪੋਰੇਟ ਕਰ ਰਹੇ, ਇਹਦੇ ਵਿੱਚ ਸਿਰਫ ਅਸੀਂ ਇੰਟਰਨਲ ਕੰਪਨੀ ਦੀ ਗੱਲ ਹੀ ਇਹਦੇ ਵਿੱਚ ਦੇਖ ਰਹੇ ਹਾਂ। ਡਿਸਕਾਊਂਟ ਰੇਟ ਐਟ ਵਿਚ ਦਾ ਨੈਟ ਪ੍ਰੈਜੈਂਟ ਵੈਲਿਊ ਆਫ ਕੋਸਟ ਇਜ਼ ਇਕੁਅਲ ਟੂ ਟੋਟਲ ਪ੍ਰੈਜੈਂਟ ਵੈਲਿਊ ਆਫ ਬੈਨੀਫਿਟ, ਮਤਲਬ ਜੋ ਅੱਜ ਜੋ ਮਨੀ ਦੀ ਵੈਲਿਊ ਹੈ 1 ਸਾਲ ਬਾਅਦ ਕਿੰਨੀ ਘਟੇਗੀ, ਇਹ ਮੰਨਦੇ ਹਾਂ ਆਪਾਂ। ਸੋ ਉਸ ਦੇ ਮੁਤਾਬਕ ਸਾਨੂੰ ਜਿਹੜਾ ਹੈਗਾ ਸਾਡਾ IRR ਅਸੀਂ ਚੈੱਕ ਕਰਦੇ ਹਾਂ, ਅਤੇ ਇਹ ਜਿੰਨੀ ਮਨੀ ਦੀ ਵੈਲਿਊ ਘਟ ਰਹੀ ਹੈ ਉਸ ਤੋਂ ਸਾਨੂੰ ਜੇਕਰ ਫਾਇਦਾ ਹੋ ਰਿਹਾ, IRR ਵੱਧ ਰਿਹਾ, ਤਾਂ ਹੀ ਅਸੀਂ ਮੰਨਾਂਗੇ ਕਿ ਅਸੀਂ ਜੇ ਹੈਗੇ ਹਾਂ ਇਹਦੇ ਵਿੱਚ ਫਾਇਦੇ ਵਿੱਚ ਆ। IRR ਦੀ ਕੈਲਕੂਲੇਸ਼ਨ ਕਿਵੇਂ ਕਰ ਸਕਦੇ ਹਾਂ, ਜੋ ਇੰਟਰਨਲ ਰੇਟ ਆਫ ਰਿਟਰਨ ਦੀ ਹੈ। ਪਹਿਲਾਂ ਜਿੰਨੀਆਂ ਵੀ ਸਾਡੇ ਕੋਲ ਨੈਟ ਪ੍ਰੈਜੈਂਟ ਵੈਲਿਊ ਹੈ ਹਰ ਸਾਲ ਦੀ ਜਾਂ ਕਿਸੇ ਵੀ ਇੱਕ ਪਰਟੀਕੂਲਰ ਟਾਈਮ 'ਤੇ ਆਪਾਂ ਉਹਨੂੰ ਐਡ ਕਰਦੇ ਹਾਂ, ਤਾਂ NPV ਦਾ ਫਾਰਮੂਲਾ ਆਪਾਂ ਦੇਖਿਆ ਸੀਗਾ ਕੀ ਹੈਗਾ, RT ਡਿਵਾਈਡਡ ਬਾਈ 1 + I ਰੇਜ਼ ਟੂ ਪਾਵਰ T। ਹੁਣ ਮੰਨ ਲਓ ਸਾਡੇ ਕੋਲ ਇਨੀਸ਼ੀਅਲ ਕੈਸ਼ ਫਲੋ ਜਦੋਂ ਅਸੀਂ ਕੰਪਨੀ ਸ਼ੁਰੂ ਕੀਤੀ ਉਹ ਨੈਗੇਟਿਵ 'ਚ ਹੈ। ਇਨੀਸ਼ੀਅਲ ਕੈਸ਼ ਫਲੋ ਇਹ ਹੈ ਕਿ ਅਸੀਂ ਸਿਰਫ ਬਾਹਰ ਭੇਜ ਰਹੇ ਹਾਂ ਪੈਸਾ, ਸਾਡੇ ਕੋਲ ਆ ਤਾਂ ਕੁਛ ਰਿਹਾ ਨਹੀਂ ਜਦੋਂ ਅਸੀਂ ਕੰਪਨੀ ਸ਼ੁਰੂ ਕਰਦੇ ਹਾਂ। ਇੱਥੇ ਦੇਖੋ ਇਹ ਹੈਗਾ 1,23,400 ਉਸ ਟਾਈਮ ਆਪਣੇ ਕੋਲ ਨੈਗੇਟਿਵ ਹੈ ਕਿ ਸਾਰਾ ਪੈਸਾ ਆਊਟ ਹੈ। ਦੂਜੇ ਸਾਲ ਸਾਡੇ ਕੋਲ ਜਦੋਂ 1 ਸਾਲ ਪੂਰਾ ਹੋ ਜਾਂਦਾ ਹੈ, ਪਹਿਲੇ ਦੀ ਜਿਹੜੀ ਅਸੀਂ ਕਹਿੰਦੇ ਹਾਂ ਨੈਟ NPV ਸਾਡੇ ਕੋਲ ਹੈਗੀ ਹੈ C0, ਦੈਨ C1 ਹੈਗਾ ਸਾਡੇ ਕੋਲ 36,200। ਸੈਕਿੰਡ ਈਅਰ ਦਾ ਕੈਸ਼ ਫਲੋ ਜਾਂ C2 ਜਿਹੜਾ ਹੈਗਾ ਉਹ ਹੋ ਗਿਆ 2 ਸਾਲ ਬਾਅਦ ਸਾਡੇ ਕੋਲ 54,800। ਥਰਡ ਈਅਰ 'ਚ ਆ ਗਿਆ 48,100। C3 ਜਿਹੜਾ ਹੈਗਾ, ਇਹਨਾਂ ਸਾਰਿਆਂ ਨੂੰ ਅਸੀਂ ਇਸ ਤਰ੍ਹਾਂ ਕੈਲਕੂਲੇਟ ਕਰਦੇ ਹਾਂ। ਪਹਿਲਾਂ NPV ਜਿਹੜਾ ਹੈਗਾ RT ਡਿਵਾਈਡਡ ਬਾਈ 1 + I ਰੇਜ਼ ਟੂ ਪਾਵਰ, ਪਹਿਲਾਂ ਕਿਉਂਕਿ 0 ਹੈ ਕੋਈ ਸਾਲ ਨਹੀਂ ਹੋਇਆ, ਰੇਜ਼ ਟੂ ਪਾਵਰ 0 ਹਰੇਕ ਚੀਜ਼ ਦਾ 1 ਹੋਏਗਾ, ਤਾਂ ਉਹ ਐਜ਼ ਇਟ ਇਜ਼ ਹੀ ਆ ਜਾਏਗਾ, ਉਹਨੂੰ ਕਿਸੇ ਨਾਲ ਫਿਰ ਜਿੰਨੇ 1 ਨਾਲ ਡਿਵਾਈਡ ਕਰਾਂਗੇ ਐਜ਼ ਇਟ ਇਜ਼ ਹੀ ਆ ਜਾਏਗਾ। ਦੂਸਰੇ ਨੂੰ ਅਸੀਂ ਲਿਖਿਆ 36,200 ਬਟੇ 1 ਜਮਾ I ਰੇਜ਼ ਟੂ ਪਾਵਰ 1, ਉਹ 1 ਜਮਾ I ਨਾਲ ਡਿਵਾਈਡ ਹੋ ਗਿਆ। ਤੀਜਾ ਹੋ ਗਿਆ 54,800 ਬਟੇ 1 ਜਮਾ I ਰੇਜ਼ ਟੂ ਪਾਵਰ 2, ਫਿਰ 48,100 ਬਟੇ 1 ਜਮਾ I ਰੇਜ਼ ਟੂ ਪਾਵਰ 3, ਅਤੇ ਇਹਨਾਂ ਨੂੰ 0 ਦੇ ਬਰਾਬਰ ਅਸੀਂ ਕਰਕੇ I ਦੀ ਵੈਲਿਊ ਕੱਢਦੇ ਹਾਂ। NPV ਜਦੋਂ ਵੀ ਅਸੀਂ ਟੋਟਲ ਕਰਦੇ ਹਾਂ ਤਾਂ ਉਸ ਨੂੰ ਜਿਹੜਾ ਹੈਗਾ ਜਦੋਂ NPV ਨੂੰ 0 ਦੇ ਬਰਾਬਰ ਅਸੀਂ ਲਿਖ ਦਈਏ ਕਿ ਨੈਟ ਪ੍ਰੈਜੈਂਟ ਵੈਲਿਊ ਹੁਣ ਸਾਰੀ ਟੋਟਲ ਕਰ ਲਈ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀ 3 ਸਾਲ ਬਾਅਦ ਤੱਕ ਦਾ ਜਦੋਂ ਅਸੀਂ ਦੇਖਿਆ ਅਤੇ ਅਸੀਂ ਉਹਨੂੰ 0 ਕਰ ਲਿਆ, ਅਤੇ IRR ਇੱਥੇ ਆ ਗਿਆ 5.96%। ਮਤਲਬ ਅਸੀਂ ਪ੍ਰੋਫਿਟ 'ਚ ਹੈਗੇ ਹਾਂ, ਸਾਡਾ ਜਿਹੜਾ ਇੰਟਰਨਲ ਜਿਹੜਾ ਰੇਟ ਆਫ ਰਿਟਰਨ ਸਾਨੂੰ ਮਿਲ ਰਿਹਾ ਹੈਗਾ 5.96%। ਹੁਣ ਇਸ ਨੂੰ ਵਧਾਉਣਾ ਘਟਾਉਣਾ ਇਹਦੇ ਉੱਤੇ ਫਿਰ ਅਗਲੇ ਆਪਾਂ ਡਿਪੈਂਡ ਕਰਦਾ ਕਿ ਹੁਣ ਅਸੀਂ ਕਿਹੜੀ ਮੈਨੇਜਮੈਂਟ ਕਿੱਧਰ ਨੂੰ ਲਾਈਏ, ਕਿਹੜੀ ਚੀਜ਼ ਨੂੰ ਕਰੀਏ, ਕਿ ਸਾਡਾ ਜੋ ਅਸੀਂ 10% ਪ੍ਰੋਫਿਟ ਸੋਚ ਰਹੇ ਹਾਂ ਤਾਂ ਸਾਨੂੰ ਹੋਰ ਕੀ ਸਟੈਪ ਲੈਣੇ ਪੈਣਗੇ, ਉਹ ਫਿਰ ਫਾਈਨੈਂਸ਼ੀਅਲ ਮੈਨੇਜਮੈਂਟ ਇਸ ਚੀਜ਼ ਤੋਂ ਅੱਗੇ ਕੈਲਕੂਲੇਟ ਕਰਦੀ ਹੈ। ਕੋਈ ਵੀ ਫਾਈਨਾਂਸ ਦੇ ਮਸਲੇ ਵਿੱਚ ਡਿਸੀਜਨ ਲੈਣਾ ਤਾਂ ਕੋਸਟ ਬੈਨੀਫਿਟ ਐਨਾਲਿਸਿਸ ਵੀ ਇੱਕ ਜ਼ਰੂਰੀ ਉਹਦਾ ਪਾਰਟ ਹੈ। ਟੂ ਅਪਰੇਜ਼ ਐਂਡ ਅਸੈਸ ਦਾ ਪ੍ਰੋਜੈਕਟ ਔਰ ਪ੍ਰਪੋਜ਼ਲ ਐਂਡ ਡਿਸੀਜਨ ਮੇਕਿੰਗ, ਜਿਹੜਾ ਕੋਈ ਪ੍ਰੋਜੈਕਟ ਆਇਆ ਜਾਂ ਕੰਮ ਆਇਆ, ਪ੍ਰਪੋਜ਼ਲ ਆਈ, ਉਹਨੂੰ ਅਪਰੇਜ਼ ਕਰਨਾ, ਉਸ ਨੂੰ ਚੈੱਕ ਕਰਨਾ ਅਤੇ ਫਿਰ ਡਿਸੀਜਨ ਲੈਣਾ। ਇਹਦੇ 'ਚ ਕੀ ਹੈ, ਜਿਵੇਂ ਇੱਕ ਤਕੜੀ ਚੱਕ ਲਈ ਅਸੀਂ, ਤਕੜੀ ਦੇ ਇੱਕ ਸਾਈਡ 'ਤੇ ਸਾਰੇ ਪਲੱਸ ਪੁਆਇੰਟ ਪਾਤੇ, ਇੱਕ ਸਾਈਡ 'ਤੇ ਸਾਰੇ ਮਾਈਨਸ ਪੁਆਇੰਟ ਪਾਤੇ,
ਫਿਰ ਜਿਹੜੀ ਹੈਵੀਅਰ ਹੈ, ਜਿਹੜਾ ਪਾਸਾ ਝੁਕ ਗਿਆ, ਉਹ ਵਿਨਰ ਹੈ। ਮਤਲਬ ਕਿ ਹੁਣ ਇੱਥੇ ਪਲੱਸ ਪੁਆਇੰਟ ਜ਼ਿਆਦਾ ਹੈ ਇਸ ਚੀਜ਼ ਦੇ, ਤਾਂ ਮਾਈਨਸ ਘੱਟ ਹੈ ਤਾਂ ਅਸੀਂ ਉਹ ਚੀਜ਼ ਕੰਮ ਕਰ ਲਾਂਗੇ। ਜੇ ਮਾਈਨਸ ਜ਼ਿਆਦਾ ਪਲੱਸ ਘੱਟ ਹੈ ਤਾਂ ਅਸੀਂ ਉਹ ਕੰਮ ਨਹੀਂ ਕਰਾਂਗੇ। ਇਟ ਇਜ਼ ਕੋਸਟ ਬੈਨੀਫਿਟ ਐਨਾਲਿਸਿਸ। ਹੁਣ ਇੱਕ ਐਗਜ਼ਾਮਪਲ ਲੈਂਦੇ ਆਪਾਂ ਕੋਸਟ ਬੈਨੀਫਿਟ ਐਨਾਲਿਸਿਸ ਦਾ। CBA ਮਤਲਬ ਕੋਸਟ ਕੀ ਹੈ ਕਿ ਖਰਚਾ ਕਿੰਨਾ ਹੈ ਅਤੇ ਬੈਨੀਫਿਟ ਕਿੰਨਾ ਹੋਣਾ। ਮੰਨ ਲਓ ਅਸੀਂ ਨਵਾਂ ਸੋਫਟਵੇਅਰ ਪਰਚੇਜ ਕਰਨਾ ਹੈ, ਉਹਦੇ ਮਾਈਨਸ ਪੁਆਇੰਟ ਕੀ ਹੋਣਗੇ। ਸਭ ਤੋਂ ਪਹਿਲਾਂ ਜਿਹੜੇ ਫਾਈਨਾਂਸ ਵਾਲਿਆਂ ਨੇ, ਜਿਵੇਂ ਅਸੀਂ ਵੀ ਦੇਖਦੇ ਹਾਂ, ਤੁਸੀਂ ਕਿਸੇ ਵੀ ਦਫ਼ਤਰ 'ਚ ਚਲੇ ਜਾਓਗੇ ਤਾਂ ਜਿਨ੍ਹਾਂ ਨੇ ਪੈਸਾ ਦੇਣਾ ਉਹਨੇ ਪੁੱਛਣਾ ਕਿੰਨਾ ਮਹਿੰਗਾ ਆਊਗਾ, ਕੀ ਕਰਨਾ, ਫਿਰ ਇਹਨੂੰ ਕਿੰਨਾ ਖਰਚਾ ਆਊਗਾ, ਕਿੰਨੇ ਲੋਕ ਇੰਸਟਾਲੇਸ਼ਨ ਕਰਾਓਗੇ, ਕੰਸਲਟੈਂਟ ਬੁਲਾਓਗੇ, ਐਵੇਂ ਖਰਚਾ ਕਰਕੇ ਕੀ ਫਾਇਦਾ ਹੋਣਾ ਹੈ। ਕੋਸਟ ਆਫ ਟ੍ਰੇਨਿੰਗ, ਸਟਾਫ ਨੂੰ ਸਾਰਿਆਂ ਨੂੰ ਟ੍ਰੇਨ ਕਰੋਗੇ, ਇਹਦਾ ਕਿੰਨਾ ਕੁ ਤੁਹਾਨੂੰ ਫਾਇਦਾ ਆਊਗਾ, ਹਰੇਕ ਨੇ ਇਹ ਪੁੱਛਣਾ। ਪਰ ਇਹਦੇ ਪਲੱਸ ਪੁਆਇੰਟ ਤੁਸੀਂ ਦੱਸੋਗੇ ਜੀ ਬਿਜ਼ਨਸ ਪ੍ਰੋਸੈਸ ਸਾਡਾ ਇੰਪਰੂਵ ਹੋਊਗਾ, ਜਿਹੜਾ ਸਾਡਾ ਕੰਮ ਹੈ ਹੁਣ ਕਿੰਨੇ ਦਿਨਾਂ ਬਾਅਦ ਹੁੰਦਾ ਉਹ ਜਲਦੀ ਹੋ ਜਾਊਗਾ, ਅਸੀਂ ਹਰੇਕ ਬੰਦੇ ਨੂੰ ਜਲਦੀ ਅਪਰੋਚ ਕਰਾਂਗੇ, ਸਾਡਾ ਮੈਨੇਜ ਸੌਖਾ ਹੋ ਜਾਊਗਾ, ਸਾਡਾ ਰਿਕਾਰਡ ਸੌਖਾ ਬਣੂਗਾ। ਇਨਕਰੇਜਡ ਸਟਾਫ ਮੋਰੇਲ, ਸਾਡਾ ਜਿਹੜਾ ਹੈਗਾ ਸਟਾਫ ਦਾ ਮੋਰੇਲ ਹੈ, ਸਟਾਫ ਦੇ ਵਿੱਚ ਇੱਕ ਜੇ ਅਸੀਂ ਕਹਿੰਦੇ ਹਾਂ ਵੀ ਸਮਝ ਸ਼ਕਤੀ ਜਾਂ ਉਹਦੇ 'ਚ ਫੇਥ ਬਣੇਗਾ ਆਪਣੇ ਆਪ 'ਚ ਕਿ ਮੈਂ ਇੱਕ ਬਹੁਤ ਵਧੀਆ ਥਾਂ 'ਤੇ ਕੰਮ ਕਰ ਰਿਹਾ, ਮੇਰੇ ਕੋਲ ਬਹੁਤ ਵਧੀਆ ਸੋਫਟਵੇਅਰ ਹੈ, ਮੈਨੂੰ ਇਹਦੇ 'ਚ ਬੜੀ ਜਲਦੀ ਮੈਂ ਕੰਮ ਕਰ ਲੈਂਦਾ। ਐਬਿਲਿਟੀ ਟੂ ਟੇਕ ਬੈਟਰ ਡਿਸੀਜਨ, ਸਟਾਫ ਦੀ ਵੀ ਐਬਿਲਿਟੀ ਵਧੇਗੀ ਜਿਹੜੀ ਵਧੀਆ ਡਿਸੀਜਨ ਲੈਣ ਦੀ, ਕੰਪਨੀ ਵੀ ਵਧੀਆ ਡਿਸੀਜਨ ਲਏਗੀ, ਕੰਪਨੀ ਪ੍ਰੋਫਿਟ 'ਚ ਜਾਏਗੀ। ਸੋ ਇਹ ਦੇਖ ਕੇ ਫਿਰ ਮਾਈਨਸ ਅਤੇ ਪਲੱਸ ਦੋਨੋਂ ਚੈੱਕ ਹੋਣਗੇ। ਕੋਸਟ ਬੈਨੀਫਿਟ ਮਤਲਬ ਮਾਈਨਸ ਜਿਹੜਾ ਹੈਗਾ ਕੋਸਟ ਹੈ, ਪਲੱਸ ਹੈਗੇ ਉਹਦੇ ਬੈਨੀਫਿਟ। ਇਹ ਐਨਾਲਾਈਜ਼ ਕੀਤਾ ਜਾਊਗਾ। ਜੇਕਰ ਲੱਗੇਗਾ ਕਿ ਪਲੱਸ ਪੁਆਇੰਟ ਜ਼ਿਆਦਾ ਹੈ ਅਤੇ ਮਾਈਨਸ ਘੱਟ ਹੈ, ਫਿਰ ਤਾਂ ਇਹ ਚੀਜ਼ ਜਿਹੜਾ ਸੋਫਟਵੇਅਰ ਹੈ ਖਰੀਦਿਆ ਜਾਊਗਾ। ਅਦਰਵਾਈਜ਼ ਫਿਰ ਇਹ ਨਾਲ ਇਹ ਵੀ ਦੇਖਣਾ ਹੈ ਕਿ ਕੰਪਨੀ ਕੋਲ ਇੰਨਾ ਪੈਸਾ ਵੀ ਹੈ। ਮੰਨ ਲਓ 20 ਲੱਖ ਦਾ ਸੋਫਟਵੇਅਰ ਲੈਣ ਨੂੰ ਕਹਿ ਦਈਏ, ਫਾਇਦਾ ਹੋਣਾ ਸਾਰਾ ਉਹਦਾ ਜੇ ਕਹੀਏ ਲੱਖ ਰੁਪਏ ਦਾ ਸਾਲ ਦੇ ਵਿੱਚ, 20 ਸਾਲਾਂ ਬਾਅਦ ਤੇ ਪਹਿਲਾਂ ਹੁਣੇ ਪੈਸਾ ਜੇ ਕੰਪਨੀ ਕੋਲ ਇੰਨਾ ਹੈ ਵੀ ਨਹੀਂ ਤਾਂ ਫਿਰ ਉਹਨੂੰ ਜਿਹੜਾ ਹੈਗਾ ਇੱਕ ਵਾਰੀ ਉਹਨੂੰ ਟਾਲਿਆ ਵੀ ਜਾ ਸਕਦਾ ਕਿ ਇਹਨੂੰ ਬਾਅਦ ਵਿੱਚ ਡੈਫਰ ਕਰਤਾ, ਕਿ ਇਹਨੂੰ ਫਿਰ ਕਿਤੇ ਦੁਬਾਰਾ ਅਸੀਂ ਪ੍ਰਪੋਜ਼ਲ ਨੂੰ ਵੇਖਾਂਗੇ, ਵੀ ਅੱਜ ਨਹੀਂ ਇਸ ਪ੍ਰਪੋਜ਼ਲ ਨੂੰ ਕਰ ਰਹੇ। ਫਾਈਨੈਂਸ਼ੀਅਲ ਮੈਨੇਜਮੈਂਟ ਦਾ ਜੋ ਪਹਿਲਾ ਪਾਰਟ ਹੈ ਉਹ ਆਪਾਂ ਇੱਥੇ ਖ਼ਤਮ ਕਰਦੇ ਹਾਂ। ਇਹਦਾ ਅਗਲਾ ਪਾਰਟ ਜੋ ਹੈ ਜਿਸ ਦੇ ਵਿੱਚ ਐਲੀਮੈਂਟਰੀ ਨੌਲੇਜ ਆਫ ਇਨਕਮ ਟੈਕਸ, ਸੇਲ ਟੈਕਸ, ਐਕਸਾਈਜ਼ ਡਿਊਟੀ, ਕਸਟਮਰ ਡਿਊਟੀ, ਹੁਣ ਤਾਂ ਸਾਰਾ GST ਦੇ ਵਿੱਚ ਹੀ ਆ ਜਾਂਦਾ ਹੈ। ਗੁੱਡਸ ਐਂਡ ਸੇਲ ਟੈਕਸ ਨਵਾਂ ਗੌਰਮੈਂਟ ਵੱਲੋਂ ਬਣਾ ਦਿੱਤਾ ਗਿਆ, ਪਰ ਸਿਲੇਬਸ ਦੇ ਵਿੱਚ ਪੁਰਾਣੇ ਸਾਰੇ ਹੈਗੇ ਹੈ। ਸੇਲ ਟੈਕਸ, ਐਕਸਾਈਜ਼ ਡਿਊਟੀ, ਕਸਟਮਰ ਡਿਊਟੀ ਐਂਡ ਪ੍ਰੋਵੀਡੈਂਟ ਫੰਡ ਜਿਹੜਾ ਐਮਪਲਾਈ ਨੂੰ ਦਿੱਤਾ ਜਾਂਦਾ ਹੈ, ਉਹਦੇ ਬਾਰੇ ਆਪਾਂ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।